ਰਾਈਟਿੰਗ ਟਾਸਕ 2 ਐਗਜ਼ਾਮ ਦੇ ਵਿੱਚ ਕੋਈ ਵੀ ਕਾइंड ਆ ਜੇ, ਕੋਈ ਵੀ ਕਾइंड ਦਾ ਮਤਲਬ ਮੇਰੇ ਧਿਆਨ ਨਾਲ ਸੁਣ ਲਓ। ਮੈਂ ਬਹੁਤ ਮਤਲਬ ਕਲੈਰਿਟੀ ਦੇ ਸ਼ਬਦਾਂ ਨਾਲ ਗੱਲ ਕਰੂੰਗਾ ਕਿ ਹਰ ਇੱਕ ਬੱਚੇ ਨੂੰ ਉਹ ਚੀਜ਼ ਉਹਦੇ ਸਿਸਟਮੈਟਿਕਲੀ ਦਿਮਾਗ 'ਚ ਬੈਠ ਜੇ। ਦੇਖੋ, ਤੁਸੀਂ ਡਰੋਗੇ, ਰਾਈਟਿੰਗ ਤੁਹਾਨੂੰ ਡਰਾਊਗੀ। ਤੁਸੀਂ ਪਲੈਨਿੰਗ ਨਾਲ ਨਹੀਂ ਚੱਲੋਗੇ, ਰਾਈਟਿੰਗ ਤੁਹਾਨੂੰ ਡਰਾਊਗੀ। ਮੈਂ ਪਰਸਨਲੀ ਤੁਹਾਨੂੰ ਇੰਨੀ ਕੁ ਗੱਲ ਕਹਾਂ, ਟਾਈਪ ਪੇਪਰ ਦੇ ਵਿੱਚ ਕੋਈ ਵੀ ਆ ਜੇ, ਕੋਈ ਵੀ ਆ ਜੇ ਦਾ ਮਤਲਬ ਚਾਹੇ ਐਡਵਾਂਟੇਜ ਡਿਸਐਡਵਾਂਟੇਜ ਆ ਜੇ, ਹੈ ਨਾ, ਪ੍ਰੋਬਲਮ ਸੋਲਿਊਸ਼ਨ ਆ ਜੇ, ਬੋਥ ਵਿਊ ਆ ਜੇ, ਜਿਹੜੀ ਮਰਜ਼ੀ ਟਾਈਪ ਆ ਜੇ, ਡਰੋ ਨਾ। ਇੱਕ ਤਰੀਕੇ ਨੂੰ ਚੱਜ ਨਾਲ ਸਿੱਖ ਲਓ, ਇੱਕ ਤਰੀਕੇ ਨੂੰ ਬਹੁਤ ਚੰਗੇ ਤਰੀਕੇ ਨਾਲ ਸਿੱਖ ਲਓ। ਸਾਰੇ ਦੇ ਸਾਰੇ ਤਰੀਕੇ ਸੇਮ ਨੇ। ਤੁਸੀਂ ਕੋਈ ਵੀ ਬੱਚਾ ਇਹ ਚੀਜ਼ ਨਾ ਸੋਚੋ ਵੀ ਯਾਰ ਮੈਨੂੰ 8 ਟਾਈਪਸ ਨੇ, ਮੈਨੂੰ 8 ਟਾਈਪ ਨੂੰ ਹਰੇਕ ਟਾਈਪ ਨੂੰ ਅਲੱਗ-ਅਲੱਗ ਤਰੀਕੇ ਨਾਲ ਯਾਦ ਕਰਨਾ ਪਊਗਾ। ਐਵੇਂ ਦਾ ਸਿਸਟਮ ਨਹੀਂ ਹੈਗਾ। ਤੁਹਾਨੂੰ ਕੋਈ ਵੀ ਬੰਦਾ ਬੇਵਕੂਫ ਬਣਾ ਸਕਦਾ ਹੈ। ਆਇਲਸ ਇੱਕ ਟੈਸਟ ਹੈ, ਤੁਹਾਡੀ ਇੰਟੈਲੀਜੈਂਸ ਨਹੀਂ ਚੈੱਕ ਹੁੰਦੀ, ਇਹ 'ਚ ਇੱਕ ਟੈਸਟ ਹੈ। ਦੇਖੋ, ਟੌਪਿਕ ਜਿਹੜਾ ਮਰਜ਼ੀ ਹੋਵੇ, ਇੰਟਰੋਡਕਸ਼ਨ ਤਾਂ ਸਾਰੇ ਟੌਪਿਕ 'ਚ ਆਊਗੀ, ਬੋਡੀ ਪੈਰਾਗ੍ਰਾਫ 1 ਤੇ ਬੋਡੀ ਪੈਰਾਗ੍ਰਾਫ 2 ਸਾਰਿਆਂ 'ਚ ਆਊਗਾ, ਤੇ ਕਨਕਲੂਜਨ ਆਊਗਾ। ਬਸ ਗੱਲ ਖਤਮ। ਜਿਹੇ ਜਿਹਾ ਟੌਪਿਕ ਹੋਏਗਾ ਆਪਾਂ ਉਹੀ ਜੀ ਗੱਲ ਕਰ ਲਾਂਗੇ। ਜਿਵੇਂ ਕਿ ਧਿਆਨ ਨਾਲ ਦੇਖੋ ਮੇਰੇ ਬੱਚੇ, ਜੇ ਮੈਂ ਗੱਲ ਕਰਦਾ, ਮੰਨ ਲਓ ਅੱਜ ਆਪਣੇ ਕੋਲ ਟੌਪਿਕ ਪਤਾ ਕੀ ਹੈ, ਨਾਓ ਅ ਡੇਜ਼ ਮੈਨੀ ਪੀਪਲ ਪ੍ਰੈਫਰ ਟੂ ਸ਼ੌਪ ਇਨ ਸੁਪਰ ਮਾਰਕੀਟਸ ਰਾਦਰ ਦੈਨ ਸਮॉल ਸ਼ੌਪਸ ਔਰ ਲੋਕਲ ਮਾਰਕੀਟ। ਮਤਲਬ ਅੱਜ ਕੱਲ ਲੋਕ ਨੇ ਜਿਹੜੇ ਨਾ, ਉਹ ਮਾਲ ਦੇ ਵਿੱਚੋਂ ਕੱਪੜੇ ਲੈਣੇ ਪਸੰਦ ਕਰਦੇ ਨੇ, ਸ਼ਾਪਿੰਗ ਕਰਨੀ ਪਸੰਦ ਕਰਦੇ ਨੇ ਮਾਲ ਦੇ ਵਿੱਚੋਂ, ਨਾ ਕਿ ਛੋਟੀਆਂ-ਛੋਟੀਆਂ ਦੁਕਾਨਾਂ 'ਚੋਂ। ਕੀ ਇਹ ਪੋਜ਼ਿਟਿਵ ਹੈ ਜਾਂ ਇਹ ਨੈਗੇਟਿਵ ਹੈ? ਔਰ ਆ ਗਿਆ, ਠੀਕ ਹੈ ਪੁੱਤ, ਔਰ ਆ ਗਿਆ। ਗਗਨ, ਯੂਅਰ ਸਮਾਈਲ ਇਜ਼ ਟੂ ਗੁੱਡ, ਆਈ ਐਪਰੀਸ਼ੀਏਟ ਇਟ। ਗੁੱਡ, ਤੁਹਾਨੂੰ ਕਹਿ ਰਿਹਾ ਗਗਨ, ਯੈਸ, ਰਿਸਪੈਕਟ ਯੂ ਡੀਅਰ। ਔਰ ਦਾ ਮਤਲਬ ਪਤਾ ਕੀ ਹੁੰਦਾ? ਆਪਾਂ ਕਈ ਵਾਰ ਕੀ ਕਹਿੰਦੇ ਹੁੰਦੇ ਆ, ਟੀ ਔਰ ਕਾਫੀ, ਜਾਂ ਚਾਹ ਜਾਂ ਕਾਫੀ, ਮਤਲਬ ਦੋਨੇ ਨਹੀਂ। ਜੇ ਟੀ ਐਂਡ ਕਾਫੀ ਹੁੰਦਾ ਫਿਰ ਦੋਨੇ। ਤਾਂ ਆਪਾਂ ਨੂੰ ਟੌਪਿਕ ਕੀ ਹੈ? ਪੋਜ਼ਿਟਿਵ ਔਰ ਨੈਗੇਟਿਵ। ਜਾਂ ਤਾਂ ਦੋਨੋਂ ਪੈਰਾਗ੍ਰਾਫ ਕਾਦੇ ਬਣਨਗੇ? ਪੋਜ਼ਿਟਿਵ ਦੇ। ਜਾਂ ਦੋਨੋਂ ਪੈਰਾਗ੍ਰਾਫ ਕਾਦੇ ਬਣਨਗੇ? ਨੈਗੇਟਿਵ ਦੇ। ਮੇਰਾ ਇੱਕ ਵੀ ਬੱਚਾ ਆ ਟੈਨਸ਼ਨ ਫਰੀ ਹੋ ਜਾਓ ਕਿ ਜੇ ਤੁਹਾਨੂੰ ਇਹ ਲੱਗੇ ਵੀ ਯਾਰ ਜੇ ਪੋਜ਼ਿਟਿਵ 'ਚ ਜਾਵਾਂਗੇ ਤਾਂ ਬੈਂਡ ਆਉਣਗੇ ਜਾਂ ਨੈਗੇਟਿਵ 'ਚ ਜਾਵਾਂਗੇ ਤਾਂ ਬੈਂਡ ਨਹੀਂ ਆਉਂਦੇ, ਇਹ ਤੁਹਾਡੀ ਮਰਜ਼ੀ ਹੈ। ਤੁਸੀਂ ਜਿਹੜਾ ਮਰਜ਼ੀ ਚੂਜ਼ ਕਰੋ, ਇਸ ਚੀਜ਼ ਦਾ ਤੁਹਾਡੇ ਬੈਂਡ ਸਕੋਰ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਮੈਂ ਤੁਹਾਨੂੰ ਜਸਟ ਸਟਰਕਚਰ ਸਮਝਾਉਂਗਾ ਪਹਿਲੇ ਨੰਬਰ ਤੇ ਇੱਕ ਗੱਲ ਯਾਦ ਰੱਖਿਓ, ਜਿਹੜਾ ਬੱਚਾ ਬੜੇ ਕੰਸਨਟਰੇਟ ਨਾਲ ਮੇਰੀ ਇਹ ਕਲਾਸ ਲਾਊਗਾ ਨਾ, ਸਟਰਕਚਰ ਜਿਹੜਾ ਮਰਜ਼ੀ ਹੋਵੇ ਲਗਭਗ ਸਾਰੇ ਸੇਮ ਹੁੰਦੇ ਨੇ। ਦੇਖੋ, ਆਪਣੀ ਨੋਟਬੁੱਕ ਕੱਢ ਕੇ ਰੱਖੋ ਮੇਰੇ ਬੱਚੇ। ਮੈਂ ਦਿਲੋਂ ਚਾਹੁੰਦਾ ਕਿ ਮੈਂ ਜੋ ਚੀਜ਼ ਤੁਹਾਨੂੰ ਪੜ੍ਹਾਵਾਂ ਤੁਹਾਡੇ ਲਈ ਇੰਨੀ ਕੁ ਵੈਲਿਊਏਬਲ ਹੋਵੇ ਕਿ ਪੇਪਰ ਦੇ ਵਿੱਚ ਬੈਠੇ ਤੁਸੀਂ ਮੈਨੂੰ ਅਸੀਸਾਂ ਦਿਓ, ਆਹ ਗੱਲ ਕਹਿ ਕੇ ਵੀ ਯਾਰ ਉਹ ਬੰਦੇ ਨੇ ਬਹੁਤ ਦਿਲੋਂ ਪੜ੍ਹਾਇਆ ਸੀ ਸਾਨੂੰ। ਠੀਕ ਹੈ, ਸਭ ਤੋਂ ਪਹਿਲੇ ਨੰਬਰ ਤੇ ਆਪਾਂ ਸਟਰਕਚਰ ਤਿਆਰ ਕਰਦੇ ਹਾਂ। ਇੰਟਰੋਡਕਸ਼ਨ। ਟੌਪਿਕ ਕੋਈ ਵੀ ਹੋਵੇ ਮੇਰੇ ਬੱਚੇ, ਇੰਟਰੋਡਕਸ਼ਨ ਤੋਂ ਬਿਨਾ ਤੁਸੀਂ ਗੱਲ ਨਹੀਂ ਕਰਨੀ। ਉਸ ਤੋਂ ਬਾਅਦ ਆ ਗਿਆ ਬੋਡੀ 1, ਬੋਡੀ 2 ਤੇ ਕਨਕਲੂਜਨ। ਇਹ 4 ਚੀਜ਼ਾਂ ਨੇ ਮੇਰੇ ਪੁੱਤ ਜਿਹੜੇ ਤੁਹਾਡੇ ਪੈਰਾਗ੍ਰਾਫ ਬਣਨਗੇ ਰਾਈਟਿੰਗ ਟਾਸਕ ਦੇ। ਜਦੋਂ ਪੇਪਰ ਦੇ ਵਿੱਚ ਪੋਜ਼ਿਟਿਵ ਔਰ ਨੈਗੇਟਿਵ ਦਾ ਤੁਹਾਨੂੰ ਐਸੇ ਆ ਗਿਆ ਤਾਂ ਤੁਸੀਂ ਇਹ 4 ਪੈਰਾਗ੍ਰਾਫ ਨੂੰ ਆਪਣੇ ਮਾਈਂਡ 'ਚ ਸੈਟਅਪ ਕਰ ਲਿਓ। ਕਲੈਰਿਟੀ ਕੀ ਕਰਨੀ ਹੈ? ਦੇਖੋ, ਹੁਣ ਆਪਾਂ ਨੂੰ ਇਹ ਪਤਾ ਲੱਗੇ ਨਾ ਵੀ ਬੋਡੀ 1 ਦੇ ਵਿੱਚ ਤੇ ਬੋਡੀ 2 ਦੇ ਵਿੱਚ ਕਿਹੜੀਆਂ ਗੱਲਾਂ ਕਰਨੀਆਂ ਨੇ ਆਪਾਂ ਨੇ। ਤਾਂ ਜਿਵੇਂ ਕਿ ਸਭ ਤੋਂ ਇਹ ਕਲੀਅਰ ਹੈ ਕਿ ਇੰਟਰੋਡਕਸ਼ਨ ਕਾਦੀ ਬਣੂਗੀ? ਰੀਫਰੇਜ਼ ਪਲੱਸ ਥੀਸਿਸ। ਹੁਣ ਰੀਫਰੇਜ਼ ਦਾ ਮਤਲਬ ਇੰਨਾ ਹੋਊਗਾ, ਤੁਹਾਨੂੰ ਮੈਂ ਦੱਸਦਾ ਟੌਪਿਕ ਦੇ ਵਿੱਚ ਤੁਹਾਨੂੰ ਕੀ ਮਦਦ ਹੋਏਗੀ ਕਿ ਅੱਜ ਕੱਲ ਜਿਵੇਂ ਮੰਨ ਕੇ ਚਲੋ ਆ ਨਾਓ ਡੇਜ਼ ਤੋਂ ਲੈ ਕੇ ਲੋਕਲ ਮਾਰਕੀਟ ਤੱਕ ਸਿਨੋਨਿਮ ਦੇ ਨਾਲ ਇਹਨੂੰ ਚੇਂਜ ਕਰਕੇ ਲਿਖਣਾ ਹੈ। ਹੁਣ ਬੰਦੇ 2 ਤਰੀਕੇ ਦੇ ਹੁੰਦੇ ਆ। ਕਈ ਤਾਂ ਹੁੰਦੇ ਨੇ ਇੱਕ ਵਰਡ ਨੂੰ ਉੱਪਰੋਂ ਥੱਲੇ ਤਾਰਦੇ ਨੇ, ਇੱਕ ਵਰਡ ਨੂੰ। ਕਈ ਹੁੰਦੇ ਨੇ ਪੂਰੀ ਲਾਈਨ ਨੂੰ ਚੇਂਜ ਕਰ ਦਿੰਦੇ ਆ। ਕਿਸੇ ਵੀ ਬੱਚੇ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਆਪੋ ਆਪਣੀ ਮਰਜ਼ੀ ਨਾਲ ਉਹ ਇਹਨੂੰ ਲਿਖ ਸਕਦਾ ਹੈ। ਦੂਜੇ ਨੰਬਰ ਤੇ ਵਾਰੀ ਆਊਗੀ ਥੀਸਿਸ ਲਾਈਨ ਦੀ। ਥੀਸਿਸ ਦੇ ਵਿੱਚ ਤੁਸੀਂ ਚਾਹਤਾ ਕਹਿ ਦੋ
ਵੀ ਜਿਹੜਾ ਇਹ ਐਸੇ ਹੈ ਅਪਕਮਿੰਗ ਪੈਰਾਗ੍ਰਾਫ 'ਚ ਮੈਂ ਪੋਜ਼ਿਟਿਵ ਡਿਵੈਲਪਮੈਂਟ ਹੈ ਜਾਂ ਇਹ ਨੈਗੇਟਿਵ ਡਿਵੈਲਪਮੈਂਟ ਹੈ, ਤੁਹਾਡੀ ਮਰਜ਼ੀ ਹੈ। ਜਦੋਂ ਰਾਈਟਿੰਗ ਦੇ ਵਿੱਚ ਦੋ ਪੈਰਾਗ੍ਰਾਫ ਸੇਮ ਹੁੰਦੇ ਨੇ, ਰਾਈਟਿੰਗ ਦੇ ਵਿੱਚ ਦੋ ਪੈਰਾਗ੍ਰਾਫ ਮਤਲਬ ਬੋਡੀ 1 ਤੇ ਬੋਡੀ 2 ਜੇ ਸੇਮ ਹੋਣ ਨਾ ਤਾਂ ਆਪਾਂ ਨੂੰ ਥੀਸਿਸ ਲਾਈਨ ਦੇ ਵਿੱਚ ਪੁਆਇੰਟ ਪਹਿਲਾਂ ਮੈਂਸ਼ਨ ਕਰਨੇ ਪੈਂਦੇ ਨੇ। ਗੌਰ ਨਾਲ ਸੁਣ ਲਓ, ਜੇ ਬੋਡੀ ਪੈਰਾਗ੍ਰਾਫ 1 ਤੇ ਬੋਡੀ ਪੈਰਾਗ੍ਰਾਫ 2 ਦੋਨੇ ਸੇਮ ਹੋਣਗੇ ਤਾਂ ਤੁਹਾਨੂੰ ਥੀਸਿਸ ਲਾਈਨ ਦੇ ਵਿੱਚ ਦੱਸਣਾ ਪਊਗਾ ਕਿ ਮੈਂ ਪਹਿਲੇ ਪੈਰੇ 'ਚ ਕਿਹਦੀ ਗੱਲ ਕਰੂੰਗਾ ਤੇ ਦੂਜੇ ਪੈਰੇ 'ਚ ਮੈਂ ਕਿਹਦੀ ਗੱਲ ਕਰੂੰਗਾ। ਰਹੀ ਗੱਲ ਆਪਣੇ ਬੋਡੀ ਪੈਰਾਗ੍ਰਾਫ 1 ਤੇ ਬੋਡੀ ਪੈਰਾਗ੍ਰਾਫ 2, ਆਪਣੇ ਕੋਲੇ ਚਾਰ ਚੀਜ਼ਾਂ ਨੂੰ ਲਿਖਣ ਦਾ ਮਤਲਬ ਕੀ ਹੈ? ਜੇ ਮੈਂ ਕਹੂੰਗਾ ਵੀ ਸਾਰੇ ਪੋਜ਼ਿਟਿਵ ਡਿਵੈਲਪਮੈਂਟ ਹੈ ਮੰਨ ਲਓ, ਤਾਂ ਮੇਰੇ ਕੋਲ ਪਤਾ ਕੀ ਹੋਊਗਾ? ਸਭ ਤੋਂ ਪਹਿਲੇ ਨੰਬਰ ਤੇ ਪੋਜ਼ਿਟਿਵ ਕਿਵੇਂ ਹੈ ਮੈਂ ਉਹ ਦੱਸੂਗਾ, ਜਿਹਨੂੰ ਆਪਾਂ ਕਹਿੰਦੇ ਨੇ ਮੇਨ ਪੁਆਇੰਟ ਮੈਂ ਦੱਸ ਦੂੰਗਾ। ਇੱਕ ਹੋ ਗਿਆ। ਨੰਬਰ 2 ਤੇ ਮੈਂ ਇਸ ਚੀਜ਼ ਨੂੰ ਕਰੂੰਗਾ ਐਕਸਪਲੇਨ। ਨੰਬਰ 3 ਤੇ ਮੈਂ ਇਹਦੀ ਦੇਵਾਂਗਾ ਐਗਜ਼ਾਮਪਲ। ਨੰਬਰ 4 ਤੇ ਮੈਂ ਇਹਦਾ ਕੱਢੂੰਗਾ ਰਿਜ਼ਲਟ। ਜਿਵੇਂ ਮੇਰੇ ਬੱਚੇ ਇਹ ਚਾਰ ਚੀਜ਼ਾਂ ਲਿਖੀਆਂ ਨੇ ਬੋਡੀ 1 ਦੇ ਵਿੱਚ, ਤਾਂ ਸੇਮ ਮੇਰੇ ਬੱਚੇ ਬੋਡੀ 2 ਦੇ ਵਿੱਚ ਵੀ ਮੈਨੇ ਇਹ ਚਾਰੇ ਚੀਜ਼ਾਂ ਨੂੰ ਲਿਖਣਾ ਹੈਗਾ। ਮੇਨ ਪੁਆਇੰਟ, ਐਕਸਪਲੇਨ, ਐਗਜ਼ਾਮਪਲ ਤੇ ਰਿਜ਼ਲਟ। ਇਹ ਚਾਰ ਜਿਹੜੇ ਸ਼ਬਦ ਨੇ ਨਾ, ਜਿਵੇਂ ਮੇਨ ਪੁਆਇੰਟ ਜਾਂ ਐਕਸਪਲੇਨ ਜਾਂ ਐਗਜ਼ਾਮਪਲ ਜਾਂ ਰਿਜ਼ਲਟ, ਇਹਨਾਂ ਨੂੰ ਸ਼ੁਰੂ ਕਰਨ ਲੱਗਿਆਂ ਹਰੇਕ ਦੇ ਅੱਗੇ ਕੋਈ ਨਾ ਕੋਈ ਕਨੈਕਟਰ ਆਉਂਦਾ ਹੈ। ਮਤਲਬ ਟੌਪਿਕ ਨੂੰ ਸ਼ੁਰੂ, ਬੋਡੀ ਪੈਰਾਗ੍ਰਾਫ ਨੂੰ ਸ਼ੁਰੂ ਕਿਵੇਂ ਕਰਨਾ ਹੈ, ਕਿਹੜਾ ਕਨੈਕਟਰ? ਜਦੋਂ ਤੁਸੀਂ ਮੇਨ ਪੁਆਇੰਟ ਦਿੱਤਾ, ਐਕਸਪਲੇਨ ਕਰਨਾ ਹੈ, ਕਿਹੜਾ ਕਨੈਕਟਰ? ਐਕਸਪਲੇਨ ਕਰਤਾ, ਐਗਜ਼ਾਮਪਲ ਦੇਣੀ ਹੈ, ਕਿਹੜਾ ਕਨੈਕਟਰ? ਐਗਜ਼ਾਮਪਲ ਦੇਤੀ, ਰਿਜ਼ਲਟ ਦੇਣਾ ਹੈ, ਕਿਹੜਾ ਕਨੈਕਟਰ? ਬੋਡੀ 2 ਦੇ ਵਿੱਚ ਗੱਲਾਂ ਇਹ ਚਾਰੇ ਨੇ, ਪਰ ਗੌਰ ਰੱਖਿਓ ਜੇ ਬੈਂਡ ਲੈ ਕੇ ਆਉਣੇ ਨੇ, ਜੋ ਸੇਮ ਕਨੈਕਟਰ ਬੋਡੀ 1 ਚ ਲਿਖੇ ਗਏ ਬੋਡੀ 2 ਚ ਉਹ ਸੇਮ ਕਨੈਕਟਰ ਨਹੀਂ ਚਾਹੀਦੇ। ਕਨਕਲੂਜਨ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਐਡ ਕਰਨੀ, ਜੋ ਆਪਾਂ ਬੋਡੀ 1 ਤੇ ਬੋਡੀ 2 ਚ ਕਿਹਾ ਉਹੀ ਗੱਲਾਂ ਕਰਨੀਆਂ ਨੇ। ਇਹ ਪੂਰਾ ਐਸੇ ਦੀ ਪਲੈਨਿੰਗ ਹੈ। ਮੈਂ ਤੁਹਾਨੂੰ ਇਹ ਚ ਕੀ ਟੀਚ ਕਰੂੰਗਾ, ਦੇਖੋ ਹੁਣ ਮੰਨ ਕੇ ਚਲੋ ਮੈਂ ਲਿਖਿਆ ਮੇਨ ਪੁਆਇੰਟ ਲਿਖਿਆ, ਤੁਹਾਡੇ ਚੋਂ ਆਪਣੀ ਮਰਜ਼ੀ ਹੈ ਮੇਰੇ ਬੱਚੇ, ਤੁਸੀਂ ਜਿਹੜੇ ਮਰਜ਼ੀ ਤਰੀਕੇ ਨਾਲ ਉਹਨੂੰ ਮੇਨ ਪੁਆਇੰਟ ਨੂੰ ਲਿਖ ਸਕਦੇ ਹੋ। ਐਕਸਪਲੇਨ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ, ਐਗਜ਼ਾਮਪਲ ਤੁਸੀਂ ਆਪਣੀ ਮਰਜ਼ੀ ਨਾਲ ਦੇ ਸਕਦੇ ਹੋ, ਰਿਜ਼ਲਟ ਤੁਸੀਂ ਆਪਣੀ ਮਰਜ਼ੀ ਨਾਲ ਦੇਖ ਸਕਦੇ ਹੋਗੇ। ਬਸ ਫਰਕ ਇਹ ਹੈ ਕਿ ਜਿਹੜਾ ਸਟਰਕਚਰ ਮੈਂ ਤੁਹਾਨੂੰ ਦਿੱਤਾ ਹੈ ਸਟੈਪ ਬਾਈ ਸਟੈਪ ਹੋਣਾ ਚਾਹੀਦਾ, ਦੈਟਸ ਇਟ। ਅੰਦਰ ਦੇ ਮਟੀਰੀਅਲ ਦੀ ਕੋਈ ਕਿਸੇ ਵੀ ਬੱਚੇ ਦੀ ਸੇਮ ਹੋਣ ਦੀ ਕੋਈ ਜ਼ਿੰਮੇਵਾਰੀ ਨਹੀਂ, ਕੋਈ ਚੱਕਰ ਨਹੀਂ, ਪਰ ਸਟਰਕਚਰ ਸਾਰਿਆਂ ਦਾ ਸੇਮ ਹੋਣਾ ਚਾਹੀਦਾ ਹੈ। ਜੇ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਐਸੇ ਲਿਖਾਂਗੇ, ਸਭ ਤੋਂ ਪਹਿਲਾਂ ਆਪਾਂ ਜਨਮ ਲਿਖਾਂਗੇ, ਫਿਰ ਮਾਤਾ ਪਿਤਾ, ਬਚਪਨ, ਜਵਾਨੀ, ਬਿਰਧ ਅਵਸਥਾ, ਜੋਤੀ ਜੋਤ ਸਮਾਣਾ। ਮਤਲਬ ਕੀ ਹੈ ਕਿ ਆਪਾਂ ਸਾਰੀਆਂ ਚੀਜ਼ਾਂ ਨੂੰ ਸਟੈਪ ਬਾਈ ਸਟੈਪ ਹੀ ਲਿਖਾਂਗੇ ਨਾ ਮੇਰੇ ਬੱਚੇ। ਤਾਂ ਸੇਮ ਐਸੇ ਦੇ ਵਿੱਚ ਵੀ ਐਵੇਂ ਹੁੰਦਾ ਹੈ। ਆਓ ਮੈਂ ਤੁਹਾਨੂੰ ਬਹੁਤ ਤਰੀਕੇ ਨਾਲ ਐਸੇ ਨੂੰ ਸ਼ੁਰੂ ਕਰਵਾਉਣਾ, ਤੇ ਜਿਵੇਂ ਤੁਹਾਡਾ ਹੁਕਮ ਹੋਇਆ ਫਿਰ ਆਪਾਂ ਉਵੇਂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਬਣਾਈਏ ਇੰਟਰੋਡਕਸ਼ਨ, ਠੀਕ ਹੈ। ਇੰਟਰੋਡਕਸ਼ਨ ਕਰਨ ਦੇ ਲਈ ਮੈंने ਕੀ ਕੀਤਾ, ਹੁਣ ਦੋ ਤਰੀਕੇ ਨਾਲ ਇੰਟਰੋਡਕਸ਼ਨ ਬਣ ਸਕਦੀ ਹੈ। ਜਾਂ ਤਾਂ ਜਿਵੇਂ ਨਾਓ ਅ ਡੇਜ਼, ਇਹਦਾ ਸਿਨੋਨਿਮ ਹੁੰਦਾ ਥੀਸ ਡੇਜ਼। ਮੈਨੀ ਲਿਖ ਲਓ, ਪੀਪਲ ਦਾ ਇੰਡੀਵਿਜੂਅਲ, ਪ੍ਰੈਫਰ ਟੂ, ਲਾਈਕ ਟੂ, ਸ਼ਾਪਿੰਗ ਇਨ ਸੁਪਰਮਾਰਕੀਟਸ ਤਾਂ ਮਾਲਸ, ਰਾਦਰ ਦੈਨ ਇਨਸਟੈਡ ਆਫ, ਸਮਾਲ ਸ਼ਾਪਸ ਲਿਖ ਦੋ, ਗੱਲ ਖਤਮ ਬਣ ਗਈ। ਜੇ ਮੇਰੇ ਤਰੀਕੇ ਨਾਲ ਥੋੜੇ ਬੈਂਡ ਉੱਚੇ ਲੈ ਕੇ ਆਉਣੇ ਨੇ ਤਾਂ ਤੁਹਾਨੂੰ ਇਹ ਪਤਾ ਹੋਵੇ ਕਿ ਮੈਂ ਜਿਹੜਾ ਮੇਰਾ ਸਟੈਂਡਰਡ ਹੈ ਲਿਖਣ ਦਾ ਉਹ ਕੀ ਹੋਏਗਾ। ਮੈਂ ਕਿਵੇਂ ਲਿਖਿਆ ਮੇਰੇ ਪੁੱਤ, ਮੈਂ ਲਿਖਿਆ ਇਨ ਦਿਸ ਕੰਟੈਂਪਰਰੀ ਐਰਾ। ਤੁਸੀਂ ਕਦੇ ਵੀ ਟੌਪਿਕ ਨੂੰ ਇਹ ਤੋਂ ਸ਼ੁਰੂ ਕਰ ਸਕਦੇ ਹੋ। ਕੰਟੈਂਪਰਰੀ ਐਰਾ ਕਿਹੜੀ? ਮਾਡਰਨ ਐਰਾ ਜਿਹੜੀ ਚੱਲ ਰਹੀ ਹੈ। ਸੁਪਰਮਾਰਕੀਟਸ ਆਰ ਪ੍ਰੈਫਰਡ ਬਾਏ ਸਮ ਇੰਡੀਵਿਜੂਅਲ। ਦੇਖੋ ਜਿਹੜੀਆਂ ਸੁਪਰਮਾਰਕੀਟਸ ਨੇ, ਜਿਹੜੀਆਂ ਵੱਡੀਆਂ ਮਾਰਕੀਟਸ ਨੇ, ਤੁਸੀਂ ਉਰੇ ਮਾਲਸ ਵੀ ਲਿਖ ਸਕਦੇ ਹੋਗੇ, ਠੀਕ ਆ। ਆਰ ਪ੍ਰੈਫਰਡ ਬਾਏ ਸਮ, ਉਰੇ ਪੀਪਲ ਸੀ, ਪੀਪਲ ਦਾ ਮੈਨੇ ਇੰਡੀਵਿਜੂਅਲ, ਫॉर ਸ਼ਾਪਿੰਗ, ਉਰੇ ਰਾਦਰ ਦੈਨ ਹੈ ਮੈਂ ਇਨਸਟੈਡ ਆਫ ਗੋਇੰਗ ਟੂ ਸਟਰੀਟ ਮਾਰਕੀਟ। ਤੁਸੀਂ ਇਹ ਦੇਖੋ ਕਿ ਜਿਹੜਾ ਇਹ ਰੈੱਡ ਹੈ, ਇਨਾ ਮੈਨੂੰ ਮੇਰੇ ਬੱਚੇ ਉਰੇ ਤੱਕ ਸੇਮ ਦਾ ਸੇਮ ਲਿਖਿਆ। This is the way you people can write rephrase। ਜੇ ਕਿਸੇ ਦਾ ਸਿਨੋਨਿਮ ਆਉਂਦਾ ਤਾਂ ਲਿਖ ਦੋ, ਜੇ ਨਹੀਂ ਆਉਂਦਾ ਤਾਂ ਸੇਮ ਵਰਡ ਲਿਖ ਦੋ, ਠੀਕ ਹੈ। ਦੂਜੇ ਨੰਬਰ ਤੇ ਕੀ ਆਪਣੇ ਕੋਲ ਰਹਿ ਗਈ ਹੈ ਬੱਚੇ, ਦੈਟ ਇਜ਼ ਕਾਲਡ ਅ ਥੀਸਿਸ। ਥੀਸਿਸ ਕੀ ਹੈ ਵੀ ਇਹ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਨਾ। ਤਾਂ ਆਪਾਂ ਨੇ ਕੀ ਦੱਸਿਆ, I believe that
दिस इज अ कंस्ट्रक्टिव अकुरेंस। कंस्ट्रक्टिव इज अ सिनोनिम ऑफ पॉजिटिव। ਮੈਨੂੰ ਬਿਲੀਵ ਹੈ ਵੀ ਜਿਹੜੀ ਇਹ ਹੈ ਨਾ ਪੋਜ਼ਿਟਿਵ ਡਿਵੈਲਪਮੈਂਟ ਹੈ ਡਿਊ ਟੂ ਹੁਣ ਕਿਹਦੇ ਕਰਕੇ। ਨਹੀਂ ਤਾਂ ਮੈਂ ਇੱਥੇ ਤੱਕ ਵੀ ਆਪਣੇ ਟੌਪਿਕ ਨੂੰ ਛੱਡ ਸਕਦਾ ਸੀ, ਪਰ ਮੈਂ ਆਪਣੇ ਟੌਪਿਕ ਨੂੰ ਅੱਗੇ ਕਿਵੇਂ ਲੈ ਕੇ ਗਿਆ, ਮੈਂ ਕਿਹਾ ਮੈਂ ਬਿਲੀਵ ਕਰਦਾ ਇਹ ਕੰਸਟਰਕਟਿਵ ਅਕੁਰੈਂਸ ਹੈ। ਹੁਣ ਜੇ ਕੋਈ ਬੰਦਾ ਕੰਸਟਰਕਟਿਵ ਹੈ ਤਾਂ ਇਹ ਪੋਜ਼ਿਟਿਵ ਹੈ, ਜੇ ਇਹ ਹੁੰਦਾ ਮਤਲਬ ਕਿ ਡਿਸਟਰਕਟਿਵ DES डिस्ट्रक्टिव DES अगे TRUCTIV डिस्ट्रक्टिव ਤਾਂ ਸੇਮ ਕੀ ਹੋ ਗਿਆ ਨੈਗੇਟਿਵ। ਪੋਜ਼ਿਟਿਵ ਤੇ ਨੈਗੇਟਿਵ ਦਾ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ, ਇਹ ਸਿਨੋਨਿਮ ਹੋ ਗਿਆ। ਹੁਣ ਮੈंने ਡਿਊ ਟੂ ਲਿਖਿਆ, ਡਿਊ ਟੂ ਦਾ ਮਤਲਬ ਕੀ ਹੋ ਗਿਆ, ਨੰਬਰ 1 ਈਜ਼ੀ ਅਸੈਸਿਬਿਲਿਟੀ ਆਫ ਆਲ ਮਟੀਰੀਅਲਸ ਅੰਡਰ ਵਨ ਰੂਫ। ਪਹਿਲਾ ਮੇਰਾ ਮੇਨ ਪੁਆਇੰਟ ਹੈ ਵੀ ਬਹੁਤ ਵਧੀਆ ਜੇ ਲੋਕ ਸ਼ਾਪਿੰਗ ਕਰਨ ਕਿਸੇ ਵਧੀਆ ਜਗ੍ਹਾ ਤੇ ਜਾਂਦੇ ਨੇ, ਕਿਸੇ ਸ਼ਾਪਿੰਗ ਮਾਲ ਵਗੈਰਾ 'ਚ ਜਾਂਦੇ ਨੇ, ਕਿਉਂਕਿ ਨੰਬਰ 1 ਤੇ ਕੀ ਹੋ ਗਿਆ ਕਿ ਈਜ਼ੀ ਅਸੈਸਿਬਿਲਿਟੀ ਹੋ ਗਈ, ਕਿਉਂ ਕਿਸੇ ਵੀ ਚੀਜ਼ ਨੂੰ ਆਪਣੀ ਮਰਜ਼ੀ ਨਾਲ ਇੱਕੋ ਜਗ੍ਹਾ ਤੋਂ ਇੱਕੋ ਛੱਤ ਤੋਂ ਖਰੀਦ ਸਕਦੇ ਨੇ, ਮਤਲਬ ਕੋਈ ਵੀ ਪ੍ਰੋਬਲਮ ਨਹੀਂ ਹੈਗੀ, ਉਹਨਾਂ ਨੂੰ ਕੋਈ ਡਾਊਟ ਨਹੀਂ ਹੈਗਾ। ਐਂਡ ਦੂਜਾ ਕੀ ਲਿਖੂੰਗਾ, ਪ੍ਰੀਟੈਂਡ ਦੈਮਸੈਲਫ ਇਨ ਫਰੰਟ ਆਫ ਸੋਸਾਇਟੀ। ਤਾਂ ਦੂਜੀ ਗੱਲ ਇਹ ਵੀ ਹੈ ਨਾ, ਉਹ ਆਪਣੇ ਆਪ ਨੂੰ ਪ੍ਰੀਟੈਂਡ ਕਰਦੇ ਨੇ ਸੋਸਾਇਟੀ ਦੇ ਅੱਗੇ। ਆਪਾਂ ਦੋ ਕਾਰਨ ਦੱਸਦੇ ਕਿ ਲੋਕ ਮਾਲ ਦੇ ਵਿੱਚ ਜਾਂ ਸੁਪਰਮਾਰਕੀਟ ਦੇ ਵਿੱਚ ਜਿਹੜੇ ਸ਼ਾਪਿੰਗ ਕਰਨ ਜਾਂਦੇ ਨੇ ਤਾਂ ਕਿਉਂ ਜਾਂਦੇ ਨੇ। ਨੰਬਰ 1 ਮੈंने ਕੀ ਕਿਹਾ ਕਿ ਪਹਿਲਾ ਕਾਰਨ ਕੀ ਹੈ ਕਿ ਇੱਕੋ ਛੱਤ ਥੱਲੇ ਉਹਨੂੰ ਸਾਰਾ ਕੁਝ ਮਿਲ ਜਾਂਦਾ ਹੈ। ਜੇ ਖਾਣਾ ਹੈ ਤਾਂ ਮੈਕਡੋਨਲਡ 'ਚ ਜਾਓ, ਸ਼ਾਪਿੰਗ ਕਰਨੀ ਹੈ ਐਲਨ ਸੋਲੀ ਤੇ ਜਾਓ, ਸ਼ੂ ਲੈਣੇ ਨੇ ਤੁਸੀਂ ਚਾਹੇ ਜਿਹਦੇ ਮਰਜ਼ੀ ਬਾਟਾ ਬੂਟਾ ਫੇਲਾ ਫੁਲਾ ਜਿੱਥੇ ਮਰਜ਼ੀ ਜਾਓ। ਜੇ ਕਿਤੇ ਬਾਜ਼ਾਰ 'ਚ ਤੁਹਾਨੂੰ ਅਲੱਗ-ਅਲੱਗ ਦੁਕਾਨਾਂ ਤੇ ਜਾਣਾ ਪਊਗਾ ਤਾਂ ਫਿਰ ਉਹ ਗਲਤ ਹੈ ਨਾ, ਛੋਟੀਆਂ-ਛੋਟੀਆਂ ਦੁਕਾਨਾਂ ਤੇ। ਤਾਂ ਇਸ ਕਰਕੇ ਮਾਲ ਬਹੁਤ ਵਧੀਆ ਹੈ। ਤੇ ਦੂਜੀ ਗੱਲ ਪਤਾ ਕੀ ਹੈ, ਪ੍ਰੀਟੈਂਡ ਕਰਨਾ। ਪ੍ਰੀਟੈਂਡ ਕਰਨ ਦਾ ਮਤਲਬ ਪਤਾ ਕੀ ਹੁੰਦਾ ਕਿ ਲੋਕਾਂ 'ਚ ਦਿਖਾਵਾ ਜਿਹਾ ਨਹੀਂ ਹੁੰਦਾ ਵੀ ਆਪਣੀ ਚੜ੍ਹਾਈ ਹੈ ਵੀਰੇ, ਆਪਾਂ ਤਾਂ ਵਧੀਆ ਹੀ ਜਾਂਦੇ ਹੈਗੇ। ਮੈਨੂੰ ਅੱਜ ਵੀ ਯਾਦ ਹੈ, ਮੈਂ ਤੇ ਮੇਰਾ ਦੋਸਤ ਕਾਲਜ ਦੇ ਵਿੱਚ ਪੜ੍ਹਦੇ ਸੀ, ਅਸੀਂ ਸੰਡੇ ਮਾਰਕੀਟ ਲੱਗਦੀ ਹੈ ਸਾਡੇ ਪਟਿਆਲੇ, ਅਸੀਂ ਉਹ 'ਚੋਂ ਕੱਪੜੇ ਲੈਣ ਵਾਗੇ ਦੋਨੇ। ਅਸੀਂ ਤੁਰਦੇ ਨੇ ਨਾ ਹੈਲਮਟ ਪਾ ਕੇ ਆਪਦੇ ਸਿਰ ਤੇ ਵੀ ਕੋਈ ਪਛਾਣ ਨਾ ਲਵੇ। ਬਾਅਦ ਚੋਂ ਅਸੀਂ ਉਤਾਰਨ ਦਾ ਕਾਰਨ ਪਤਾ ਕੀ ਸੀਗਾ, ਅਸੀਂ ਸੋਚਿਆ ਵੀ ਜਿਹਦੇ ਅੱਗੇ ਬੇਇੱਜ਼ਤੀ ਹੋਊਗੀ ਉਹ ਵੀ ਤਾਂ ਉਰੇ ਆਇਆ ਹੋਊਗਾ। ਕਹਿਣ ਦਾ ਮਤਲਬ ਕੀ ਹੈ, ਜੇ ਅਗਲਾ ਵੀ ਤਾਂ ਉਰੇ ਖਰੀਦਦਾ ਹੈਗਾ, ਇਹ ਸਮੇਂ ਦੀ ਖੇਡ ਹੁੰਦੀ ਹੈ, ਬੰਦਾ ਕਿੱਥੋਂ ਦੇਖੇ। ਤਾਂ ਕਹਿਣ ਦਾ ਮਤਲਬ ਮੈਂ ਦੋਨੇ ਪੁਆਇੰਟ ਮੈਂਸ਼ਨ ਕਰਤੇ। ਪੋਜ਼ਿਟਿਵ ਦੀ ਜਗ੍ਹਾ ਤੇ ਮੈਂ ਲਿਖਤਾ ਕੰਸਟਰਕਟਿਵ। ਇਹ ਕੰਸਟਰਕਟਿਵ ਹੈ ਕਿਉਂਕਿ ਨੰਬਰ 1 ਕਿ ਆਪਾਂ ਅੰਡਰ ਵਨ ਰੂਫ ਸਾਰਾ ਕੁਝ ਲੈ ਸਕਦੇ ਹਾਂ। ਮੈਂ BP1 ਚ ਲਿਖੂੰਗਾ ਕਿ ਲੋਕਾਂ ਕੋਲੇ ਟਾਈਮ ਹੀ ਨਹੀਂ ਹੈਗਾ ਯਾਰ, ਬਿਜ਼ੀ ਸਕੈਡਿਊਲ ਇੰਨਾ ਹੈਗਾ। ਇਹ ਥੋੜੀ ਵੀ ਇੱਕ ਚੀਜ਼ ਉਰੋਂ ਖਰੀਦੋ, ਇੱਕ ਚੀਜ਼ ਕਿੱਥੋਂ ਖਰੀਦੋ, ਤਾਂ ਗੱਲ ਖਤਮ, ਇੱਕੋ ਛੱਤ ਥੱਲੋਂ ਖਰੀਦੋ। ਨੰਬਰ 1। ਨੰਬਰ 2 ਆਪਣੇ ਕੋਲ ਕੀ ਆ ਜਾਏਗਾ ਕਿ ਆਪਾਂ ਲਿਖਾਂਗੇ ਲੋਕਾਂ 'ਚ ਆਪਣਾ ਸ਼ੋਅ ਆਫ ਬਣੇਗਾ, ਉਹ ਮੇਨ ਚੀਜ਼ ਹੈ। ਹੁਣ ਦੇਖੋ ਸਟਰਕਚਰ ਦਾ ਮਤਲਬ ਪਤਾ ਕੀ ਹੋਗਾ, ਹੁਣ ਆਪਣੇ ਕੋਲ ਸਟਰਕਚਰ ਮੇਰੇ ਬੱਚੇ ਆ ਸੀ। ਮੇਨ ਪੁਆਇੰਟ ਕੀ ਹੈ, ਇੱਕੋ ਛੱਤ ਥੱਲੋਂ ਸਾਰਾ ਕੁਝ ਮਿਲੂਗਾ। एक्सप्लेन कर दूंगा भी किवें मिलूगा, एग्जाम्पल दे दूंगा कोई ਇਹਦਾ रिजल्ट की निकलूगा वो देऊंगा। देखो मैं किवें लिखदा। सब तो वधिया चीज़ है मेरे बच्चे कि टॉपिक नूं किवें शुरू करिया मैंने। ये लुक मैं तुहानूं कल्ले चीज़ नूं मैंशन करूंगा। 4 चीज़ां तुहानूं समझाईयां नेगियां। पहली चीज़ दी मैं गल करन लग्गिया, टू कॉमेंट्स विद कॉमा। ਜਦੋਂ ਵੀ ਤੁਸੀਂ ਕੋਈ ਟੌਪਿਕ ਸ਼ੁਰੂ ਕਰਨਾ ਹੈ ਤੁਸੀਂ ਟੂ ਕਮੈਂਟਸ ਵਿਦ ਨੂੰ ਯੂਜ਼ ਕਰ ਸਕਦੇ ਹੋ। ਤੇ ਇਹਦਾ ਮਤਲਬ ਕੀ ਹੋ ਗਿਆ ਕਿ ਮੈਂ ਆਪਣੀ ਟੌਪਿਕ ਨੂੰ ਸ਼ੁਰੂ ਕਰ ਰਿਹਾ। देयर आर मल्टीफेरियस रीजनस। मल्टीफेरियस किहड़े हुंदे ने, बहुत ज्यादा रीजन ने वाई पीपल आर मोर लाइकली टू गो टू मॉल रादर दैन शॉप्स। मतलब लोग ना लोकल शॉप ते नहीं जाते हैगे, मॉल्स दे विच जाते ने। इहदे पिछे बहुत सारे कारण ने। द रूट ऑफ द कॉज, एक लाइन हैगी कि इहदी मेन जड़ की है, क्यों जाते ने, is the convenience of multiple offers at one place। ਇੱਕੋ ਜਗ੍ਹਾ ਦੇ ਉੱਤੇ ਉਹਨਾਂ ਨੂੰ ਬੜੇ ਤਰ੍ਹਾਂ ਦੇ ਆਫਰ ਮਿਲਦੇ ਨੇਗੇ। ਆਫਰ ਕੀ ਹੁੰਦੇ, ਇੱਕੋ ਜਗ੍ਹਾ ਤੇ ਉਹਨਾਂ ਨੂੰ ਬਹੁਤ ਤਰ੍ਹਾਂ ਦੇ ਆਫਰਸ ਹੁੰਦੇ ਨੇਗੇ ਕਿ ਕਦੇ ਕੋਈ ਕੱਪੜਿਆਂ ਤੇ ਆਫਰ ਲੱਗ ਰਿਹਾ ਹੈ ਨਾ, ਕਿਤੇ ਖਾਣ ਪੀਣ ਤੇ ਆਫਰ ਲੱਗ ਰਿਹਾ, ਕਿਤੇ ਟੈਟੂ ਤੇ ਆਫਰ ਲੱਗ ਰਿਹਾ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਮਾਲ ਦੇ ਵਿੱਚ ਜਾਣਾ, ਸਾਰਿਆਂ ਨੂੰ ਪਤਾ ਨਾ ਚੰਡੀਗੜ੍ਹ ਦੀ 17 ਮਾਰਕੀਟ ਹੈ ਜਿਹੜੀ, ਉਹਨੂੰ ਐਲਾਂਟੇ ਖਾ ਗਿਆ, एलांटे खा गया ना। तो लोग हम एलांटे क्यों जाते हैं, नंबर 1 ते अद्धे लोग तो ना बायगोड़ AC की हवा खाने जाते हैं। मैं जो मैं वेला होंदा कॉलेज टाइम जो भी होंगे ना, ऐ होंदा भी वेले बैठे रहंदे, अं देखी जाते आउंदे जांदे नूं, पैसे तो होंदे नहीं सीगे। ते एक स्पैलिंग लिख लियो, विंडो शॉपिंग।
ਵਿੰਡੋ ਸ਼ਾਪਿੰਗ ਸਮਝਦੇ ਹੋਗੇ, ਬਸ ਕੱਲੀ ਦੇਖ ਦੇਖ ਕੇ ਮੁੜਿਆ ਨਹੀਂ, ਮਤਲਬ ਜੇਬ 'ਚ ਭਾਣ ਨਾ ਹੋਣੀ, ਰੁਪਈਆ ਨਾ ਹੋਣਾ, ਬਸ ਉਹੀ ਦੁਕਾਨਾਂ ਦੇ ਬਾਹਰ ਜਾਣਾ, ਦੇਖਣਾ ਤੇ ਮੁੜਿਆ ਨਾ। ਹੁੰਦੇ ਨਾ ਬੜੇ ਬੜੇ ਵਰਕੀ ਹੁੰਦੇ, ਜੇਬ 'ਚ ਕਿਹੜਾ 1 ਰੁਪਇਆ ਹੁੰਦਾ ਸੀ। ਇੱਕ ਵਾਰ ਲਿਵਾਈਜ਼ ਵਾਲਿਆਂ ਦੀ ਪੈਂਟ ਦੇਖਣ ਗਏ, ਉਹ ਕਹਿੰਦਾ ਵੀ 5000 ਦੀ। ਹੁਣ ਜੇ ਤਾਂ ਐਂ ਕਹਿੰਦੇ ਵੀ ਪੈਸੇ ਨਹੀਂ ਹੈਗੇ, ਜੇਬ 'ਚ ਤਾਂ 50 ਰੁਪਏ ਨਹੀਂ ਹੈਗੇ। ਮੈਂ ਕਿਹਾ ਵੀ ਕਲਰ ਨਹੀਂ ਪਸੰਦ, ਉਹ ਮੈਨੂੰ ਫਸਾਵੇ, ਕਹਿੰਦਾ ਦੱਸ ਕਿਹੋ ਜਿਹਾ ਕਲਰ ਚਾਹੀਦਾ। ਮੈਂ ਕਿਹਾ ਥੋੜਾ ਜਿਹਾ ਗੂੜਾ, ਉਹ ਗੂੜਾ ਕੱਢ ਲਿਆ। ਮੈਂ ਕਿਹਾ ਇੰਨਾ ਵੀ ਗੂੜਾ ਨਹੀਂ। ਉਹ ਕਹੇ ਵੀ ਮੈਂ ਤੈਨੂੰ ਛੱਡਦਾ ਨਹੀਂ ਹੈਗਾ। ਮੈਂ ਕਿਹਾ ਵੀ ਮੇਰੇ ਕੋਲ ਜ਼ਬਾਨੀ ਨਹੀਂ, ਮੈਂ ਤੈਨੂੰ ਕਿਵੇਂ ਟਾਲਾਂ, ਮੈਨੂੰ ਟਾਲਦੇ ਜੇ ਟਲਦੇ ਆ। ਤਾਂ ਮੇਨ ਪੁਆਇੰਟ ਕੀ ਹੋ ਗਿਆ ਕਿ ਮਾਲ ਦੇ ਵਿੱਚ ਜਿਹੜੇ ਲੋਕ ਸ਼ਾਪਿੰਗ ਕਰਦੇ ਆ, ਉਹ ਇੱਕੋ ਛੱਤ ਥੱਲੇ ਉਹਨਾਂ ਨੂੰ ਬਹੁਤ ਤਰ੍ਹਾਂ ਦੇ ਆਫਰ ਮਿਲਦੇ ਨੇ। ਮੇਨ ਪੁਆਇੰਟ ਦੇਤਾ, ਟੂ ਕਮੈਂਟਸ ਵਿਦ ਪਹਿਲਾ ਕਨੈਕਟਰ ਸੀਗਾ। ਹੁਣ ਆਪਾਂ ਇਸ ਗੱਲ ਨੂੰ ਐਕਸਪਲੇਨ ਕਰਕੇ ਦੱਸਦੇ ਹਾਂ ਵੀ ਮੈਂ ਕਿਵੇਂ ਐਕਸਪਲੇਨ ਕਰਨਾ ਚਾਹੁੰਦਾ। ਕਨੈਕਟਰ ਦੂਜੇ ਨੰਬਰ ਵਾਲਾ ਯੂਜ਼ ਕਰਿਆ ਮੈਨੇ, ਇਨ ਅਦਰ ਵਰਡਸ। ਇਨ ਅਦਰ ਵਰਡਸ ਐਕਸਪਲੇਨ ਕਰਨ ਦੇ ਲਈ ਦੂਜਾ ਕਨੈਕਟਰ। ਟੁਡੇ ਪੀਪਲ ਹੈਵ ਹੈਕਟਿਕ ਸਕੈਡਿਊਲ। ਅੱਜ ਦੇ ਦੌਰ ਦੇ ਵਿੱਚ ਲੋਕਾਂ ਕੋਲੇ ਤਾਂ ਭਰਾਵਾ ਬੜਾ ਹੈਕਟਿਕ ਸਕੈਡਿਊਲ ਹੈ। they can conveniently purchase all materials there। ਇਸ ਕਰਕੇ ਉਹ ਸਾਰਾ ਮਟੀਰੀਅਲ ਇੱਕੋ ਜਗ੍ਹਾ ਤੇ ਇਹ ਦੇ ਹੈ, ਠੀਕ ਹੈ, ਉਹ ਪਰਚੇਜ਼ ਕਰ ਸਕਦੇ ਆ। ਮੀਨਵਾਈਲ ਨਾਲ ਨਾਲ ਕੀ ਹੁੰਦਾ, ਮੀਨਵਾਈਲ ਹੁੰਦਾ ਨਾਲ ਨਾਲ। enjoy the facilities like air conditioned climate, free home delivery, quality of products and many more। ਮਤਲਬ ਆਪਾਂ ਨੇ ਇਹ ਦਿੱਤਾ ਕਿ ਮੈਂ ਭਰਾਵਾ ਐਕਸਪਲੇਨ ਕਰਦਾ ਕਿ ਲੋਕਾਂ ਕੋਲੇ ਦੇਖੋ ਸਕੈਡਿਊਲ ਤਾਂ ਬਿਜ਼ੀ ਹੈ, ਉਹਨਾਂ ਕੋਲੇ ਇੰਨਾ ਟਾਈਮ ਤਾਂ ਹੈ ਨਹੀਂ ਨਾ ਵੀ ਇੱਕ ਵਾਰ ਗੱਡੀ ਉਰੇ ਖੜਾਓ, ਉਰੋਂ ਸਮਾਨ ਲਓ, ਫਿਰ ਇੱਕ ਗੱਡੀ ਖੜਾਓ, ਫਿਰ ਉੱਥੋਂ ਸਮਾਨ ਲਓ। ਉਹ ਇੱਕ ਵਾਰ ਮਾਲ ਦੀ ਪਾਰਕਿੰਗ ਚਲਾਤੀ, ਸਾਰਾ ਸਮਾਨ ਇਕੱਠੇ ਹੀ ਲੈ ਕੇ ਜਾਵਾਂਗੇ ਆਪਾਂ। ਤਾਂ ਕਹਿਣ ਦਾ ਮਤਲਬ ਕੀ ਹੋ ਗਿਆ ਮੇਰੇ ਬੱਚੇ, ਆਪਾਂ ਇਹਨੂੰ ਐਕਸਪਲੇਨ ਕਰਤਾ ਕਿ ਇੱਕੋ ਛੱਤ ਥੱਲੇ ਨਾਲ ਤਾਂ ਸਾਰਾ ਸਮਾਨ ਮਿਲਦਾ ਹੈ। ਤੇ ਦੂਜੀ ਗੱਲ ਕੀ ਹੋ ਗਿਆ, ਉਹਨਾਂ ਨੂੰ ਠੰਡੀ ਹਵਾ ਬੜਾ ਵਧੀਆ ਹੈਗਾ, ਹੈ ਨਾ, ਤੇ ਉਹ ਆਪਣਾ ਏਅਰ ਕੰਡੀਸ਼ਨ ਹੋ ਗਿਆ। ਬੜੇ ਪ੍ਰੋਡਕਟ ਦੇ ਉੱਤੇ ਉਹ ਚੱਲ ਰਹੀ ਹੁੰਦੀ ਹੈ, ਸੇਲ ਚੱਲ ਰਹੀ ਹੁੰਦੀ ਹੈ, ਉਹ ਹੋ ਗਿਆ। ਯਾਰ ਮਾਲ 'ਚ ਜੀ ਜਾ ਲੱਗਿਆ ਰਹਿੰਦਾ ਬੰਦੇ ਦਾ ਨਾ, ਇਹ ਵੀ ਸੱਚਾਈ ਹੈ ਵੀ ਕਦੇ ਇੱਧਰ ਵਾਗੀ, ਕਦੇ ਖਾਸ ਤੌਰ 'ਤੇ ਪੌੜੀ ਜੀ ਦੇ ਇੱਕ ਦੇ ਪੈਰ ਧਰੋ, ਆਪ ਹੀ ਉੱਪਰ ਲੈ ਜਾਂਦੀ ਹੈ। ਉਹ ਹੈਗੀ ਨਾ ਇੱਕ ਪੌੜੀ ਜਾਂਦੀ ਹੈ ਮਾਲ ਦੇ ਵਿੱਚ, ਮਤਲਬ ਪੈਰ ਧਰੋ ਐਸਕੇਲੇਟਰ। ਮੈਂ ਆਪਣੇ ਘਰੇ ਖੜਾ ਰਿਹਾ ਪੌੜੀ 'ਤੇ ਪੈਰ ਧਰ ਕੇ, ਮੈਂ ਅੱਧਾ ਘੰਟਾ ਖੜਾ ਰਿਹਾ, ਜਮੀ ਨਹੀਂ ਉੱਪਰ ਗਿਆ, ਪਤਾ ਨਹੀਂ ਕਿਉਂ। ਮਤਲਬ ਤੁਸੀਂ ਆਪ ਸਮਝਦਾਰ ਹੋਗੇ, ਠੀਕ ਹੈ। ਆਪਣੇ ਮੇਨ ਪੁਆਇੰਟ ਦੇ ਕੇ ਐਕਸਪਲੇਨ ਕਰਤਾ, ਆਪਾਂ ਐਗਜ਼ਾਮਪਲ ਦੇਣੀ ਹੈ ਤੀਜੇ ਨੰਬਰ ਤੇ। ਪਹਿਲਾ ਮੇਨ ਪੁਆਇੰਟ ਸੀਗਾ ਟੂ ਕਮੈਂਟਸ ਵਿਦ, ਐਕਸਪਲੇਨ ਕਰਨ ਦੇ ਲਈ ਇਨ ਅਦਰ ਵਰਡਸ। ਹੁਣ ਐਗਜ਼ਾਮਪਲ ਦੇ ਲਈ ਆਪਾਂ ਕੀ ਯੂਜ਼ ਕਰਾਂਗੇ, ਫॉर एग्जाम्पल। फॉर एग्जाम्पल पोल वॉज कंडक्टेड इन इंडिया। एक पोल सीगा वो कंडक्ट, POLL है ना, ना POLL है पोल। हाँ, पोल वॉज कंडक्टेड इन इंडिया इन 2011। 2011 ਦੇ ਵਿੱਚ ਕੀ ਦੇਖਿਆ ਗਿਆ, फाउंड दैट, की फाउंड करिया, अराउंड 50% ऑफ द पीपल chose supermarkets to shop due to, owing to the मतलब है due to better infrastructure as well as comfort zone। ਇੱਕ ਐਗਜ਼ਾਮਪਲ ਹੈ, ਇੱਕ ਉਹਨਾਂ ਨੇ ਐਗਜ਼ਾਮਪਲ ਦੱਸੀ ਵੀ 2011 ਦੇ ਵਿੱਚ 50% ਲੋਕਾਂ ਨੇ ਤਾਂ ਮਾਲ ਦੇ ਵਿੱਚ ਜਾਣਾ ਹੀ ਸ਼ੁਰੂ ਕਰਤਾ ਸੀਗਾ, ਕਿਉਂਕਿ ਨਾਲੇ ਤਾਂ ਯਾਰ ਉਹਨਾਂ ਨੂੰ ਵਧੀਆ ਫੈਸਿਲਿਟੀਜ਼ ਮਿਲਦੀਆਂ ਸੀ, ਇਨਫਰਾਸਟ੍ਰਕਚਰ ਵਧੀਆ ਮਿਲਦਾ ਸੀਗਾ, ਤਾਂ ਇਸ ਕਰਕੇ ਲੋਕਾਂ ਨੇ ਜਿਹੜੀ ਆਪਣੀ ਪਹਿਲੀ ਪ੍ਰੈਫਰੈਂਸ ਹੈਗੀ ਉਹ ਮਾਲ ਬਣਾ ਲਈ। ਹੁਣ ਇਹਦਾ ਚੌਥੇ ਨੰਬਰ ਤੇ ਕੀ ਰਹਿ ਗਿਆ, ਰਿਜ਼ਲਟ ਕੱਢਣਾ। ਤਾਂ ਰਿਜ਼ਲਟ ਦੇ ਲਈ ਆਪਣੇ ਕਨੈਕਟਰ ਯੂਜ਼ ਕੀਤਾ ਬੱਚੇ, ਦੈਟ ਇਜ਼ ਕਾਲਡ ਹੈਂਸ। ਵੀ ਇਹਦਾ ਨਤੀਜਾ ਕੀ ਨਿਕਲਦਾ ਇਸ ਗੱਲ ਦਾ, ਹੈਂਸ ਇਟ ਇਜ਼ ਕੁਆਇਟ ਕਲੀਅਰ ਦੈਟ, ਇਹ ਜਮੀ ਕਲੀਅਰ ਹੈ, ਹਿਊਮਨ ਬੀਇੰਗਸ ਗਿਵ ਪ੍ਰਾਇੋਰਿਟੀ ਟੂ ਮਾਲਸ। ਜਿਹੜੇ ਹਿਊਮਨ ਬੀਇੰਗ ਨੇ ਉਹ ਪ੍ਰਾਇੋਰਿਟੀ ਕਿਹਨੂੰ ਦਿੰਦੇ ਆ, ਮਾਲ ਨੂੰ, ਫॉर ਸੇਵਿੰਗ ਟਾਈਮ, ਨਾਲ ਤਾਂ ਉਹਨਾਂ ਟਾਈਮ ਬਚਦਾ ਹੈ, ਐਂਡ ਅਵੇਲੇਬਿਲਿਟੀ ਆਫ ਨਿਊਮਰਸ ਮਟੀਰੀਅਲਸ ਐਜ਼ ਵੈਲ, ਨਾਲੇ ਤਾਂ ਉਹਨਾਂ ਦਾ ਟਾਈਮ ਬਚਦਾ ਹੈ, ਨਾਲੇ ਉਹਨਾਂ ਦਾ ਪੂਰਾ ਮਟੀਰੀਅਲ ਹੈ ਜਿਹੜਾ ਉਹ ਇੱਕੋ ਜਗ੍ਹਾ ਤੋਂ ਮਿਲ ਜਾਂਦਾ ਹੈ। ਆਪਾਂ ਇਹੀ ਕਹਿਣਾ ਸੀ ਨਾ ਵੀ ਲੋਕ ਨੇ ਜਿਹੜੇ ਉਹ ਮਾਲ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਸੁਪਰਮਾਰਕੀਟ ਨਾਲੋਂ। ਤਾਂ ਆਪਾਂ ਨੇ ਕੀ ਮੈਂਸ਼ਨ ਕੀਤਾ, ਟੂ ਕਮੈਂਟਸ ਵਿਦ ਤੋਂ ਮੈਨੇ ਮੇਨ ਪੁਆਇੰਟ ਦਿੱਤਾ, ਐਕਸਪਲੇਨ ਕਰਤਾ, ਐਗਜ਼ਾਮਪਲ ਦਿੱਤੀ ਤੇ ਰਿਜ਼ਲਟ ਦਿੱਤਾ। ਤੁਹਾਡੇ ਚੋਂ ਕੋਈ ਵੀ ਬੱਚਾ ਆਪਣੀ ਮਰਜ਼ੀ ਨਾਲ ਤੁਸੀਂ ਮੇਨ ਪੁਆਇੰਟ ਵੀ ਕੋਈ ਦੇ ਸਕਦੇ ਹੋ, ਐਕਸਪਲੇਨ ਵੀ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ, ਐਗਜ਼ਾਮਪਲ ਵੀ। ਹੁਣ ਮੈਂ ਪੋਲ ਕੰਡਕਟ 2011 ਚ ਕਰਿਆ, ਜੇ ਤੁਹਾਡੇ ਚੋਂ ਕਿਸੇ ਨੇ 2013 ਚ ਕਰਤਾ ਤਾਂ ਵੀ ਕੋਈ ਨਾ। ਮੈਂ 50% ਲਿਖਿਆ, ਤੁਹਾਡੇ ਚੋਂ ਕੋਈ 70% ਲਿਖ ਦਿੰਦਾ ਤਾਂ ਵੀ ਕੋਈ ਨਾ। ਮਤਲਬ ਇਹ ਸੱਚਾ ਸਾਰਾ ਕੁਝ ਨਹੀਂ ਹੁੰਦਾ ਹੈਗਾ। ਤਾਂ ਇਹਦਾ ਰਿਜ਼ਲਟ ਕੀ ਨਿਕਲ ਗਿਆ ਵੀ ਲੋਕਾਂ ਕੋਲੇ ਜਿਹੜਾ ਸਕੈਡਿਊਲ ਹੈ ਉਹ ਬਹੁਤ ਬਿਜ਼ੀ ਹੈ, ਪਰ ਇਹ ਬਹੁਤ ਵਧੀਆ ਚੀਜ਼ ਹੈ ਕਿ ਉਹ ਆਪਦੇ ਇੱਕੋ ਜਗ੍ਹਾ ਤੋਂ ਸਾਰਾ ਕੁਝ ਖਰੀਦਦੇ ਨੇ। ਹੁਣ ਬੋਡੀ ਪੈਰਾਗ੍ਰਾਫ 2, ਜਿਹੜੇ 4 ਗੱਲਾਂ ਆਪਾਂ ਨੇ ਇਹ ਚ ਕਰੀਆਂ ਨੇ, ਕਰਨੀਆਂ ਬੋਡੀ 2 ਚ ਵੀ ਉਹੀ ਨੇ।
पर कनैक्टर ਜਿਹੜਾ ਆਪਣਾ ਇੱਕ ਵੀ ਸੇਮ ਮੈਚ ਨਾ ਹੋਵੇ। ਜਦੋਂ ਐਕਸਪਲੇਨ ਕਰੂੰਗਾ ਨਾ, ਇਨ ਅਦਰ ਵਰਡਸ ਨਹੀਂ ਲਿਖਣਾ, ਐਗਜ਼ਾਮਪਲ ਦੇ ਲਈ ਫॉर ਐਗਜ਼ਾਮਪਲ ਨਹੀਂ ਲਿਖਣਾ, ਰਿਜ਼ਲਟ ਦੇ ਲਈ ਹੈਂਸ ਨਹੀਂ ਲਿਖਣਾ, ਕਿਹੜੀਆਂ ਕਿਹੜੀਆਂ ਚੀਜ਼ਾਂ ਲਿਖੂੰਗਾ। देखो जी, कनेक्टर मैंने जे बॉडी 1 ਤੇ बॉडी 2 सेम ने, ਤਾਂ ਪਹਿਲਾ ਕਨੈਕਟਰ मैंने यूज किया फर्दर मोर। मैं फर्दर मोर लिख के लिखिया अनदर कॉज बिहाइंड दिस फेनोमा, इस गल पिछे एक होर की कारण है, इज दैट कंज्यूमर वांट टू शो ऑफ देयर स्टेटस टू पीपल। लोग ਤਾਂ ਵੀ ਮਾਲ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਨਾ, ਉਹ ਆਪਦਾ ਸਟੇਟਸ ਲੋਕਾਂ ਨੂੰ ਦਿਖਾਉਂਦੇ ਨੇ। ਸਟੇਟਸ ਦਿਖਾਉਣ ਦਾ ਮਤਲਬ ਕੀ ਹੋ ਗਿਆ ਕਿ ਲੋਕਾਂ ਨੂੰ ਇਹ ਪਤਾ ਹੁੰਦਾ ਹੈਗਾ ਕਿ ਜਿਹੜਾ ਬੰਦਾ ਮਾਲ 'ਚ ਜਾਂਦਾ ਹੈ ਉਹਦੇ ਕੋਲ ਪੈਸੇ ਹੁੰਦੇ ਨੇ, ਜਾ ਕੇ ਆ ਵੀ ਕੱਪੜੇ ਦੇ ਦਿਓ, ਆ ਵੀ ਕੱਪੜੇ ਦੇ ਦਿਓ, ਆ ਵੀ ਕੱਪੜੇ ਦੇ ਦਿਓ, ਹੈ ਨਾ। ਤਾਂ ਕਹਿਣ ਦਾ ਮਤਲਬ ਕੀ ਹੋਗਾ ਕਿ ਸ਼ੋਅ ਆਫ ਹੈ, ਮੈਨੂੰ YouTube ਕਰਕੇ ਕੱਪੜੇ ਲੈਣੇ ਪੈਂਦੇ ਆ, ਬਹੁਤ ਲੈਣੇ ਪੈਂਦੇ ਆ, ਵੀ ਇੱਕ ਵੀਡੀਓ 'ਚ ਇੱਕ ਸ਼ਰਟ ਪਾ ਕੇ ਦੁਬਾਰੇ ਰਿਪੀਟ ਨਾ ਹੋਵੇ। ਜਦੋਂ ਮੈਂ ਦੁਕਾਨ ਤੋਂ ਲੈ ਕੇ ਆਉਣਾ, ਚਾਹੇ ਇਹ ਚੀਜ਼ ਨੂੰ ਕੋਈ ਬੰਦਾ ਸ਼ੋਅ ਆਫ ਕਹੂਗਾ, ਕੋਈ ਬੰਦਾ ਮੇਰੀ ਮਜਬੂਰੀ ਵੀ ਕਹਿ ਸਕਦਾ ਹੈ, ਤਾਂ ਮੈਂ ਘੱਟੋ ਘੱਟ 15-20 ਸ਼ਰਟਸ ਇੱਕ ਵਾਰ 'ਚ ਲੈ ਕੇ ਆਉਣਾ ਹੁੰਦਾ, ਫਿਰ 15-20 ਦਿਨ ਪੈ ਗਈਆਂ, ਫਿਰ 15 ਨਵੀਆਂ। ਤਾਂ ਕਹਿਣ ਦਾ ਮਤਲਬ ਕੀ ਹੋ ਗਿਆ ਕਿ ਲੋਕ ਆਪਣਾ ਸ਼ੋਅ ਆਫ ਕਰਦੇ ਆ ਕਿ ਅਸੀਂ ਲੋਕਾਂ 'ਚ ਸਟੇਟਸ ਬਣਾ ਕੇ ਰੱਖਦੇ ਹਾਂ, ਵੀ ਦੇਖ ਯਾਰ ਕਿੰਨੇ ਸੋਹਣੇ ਕੱਪੜੇ ਪਾਉਂਦੇ ਨੇ ਇਹ। ਹੁਣ ਇਸ ਚੀਜ਼ ਨੂੰ ਆਪਾਂ ਕੀ ਕਰਦੇ ਹਾਂ, ਐਕਸਪਲੇਨ ਕਰਦੇ ਹਾਂ ਵੀ ਸ਼ੋਅ ਆਫ ਕਿਵੇਂ ਹੁੰਦਾ ਹੈਗਾ। ਐਕਸਪਲੇਨ ਕਰਨ ਲਈ ਕਨੈਕਟਰ ਆਪਾਂ ਨੇ ਯੂਜ਼ ਕੀਤਾ ਟੂ ਐਕਸਪਲੀਕੇਟ ਇਟ। ਦੇਖੋ ਆਪਾਂ ਉੱਪਰ ਕਨੈਕਟਰ ਯੂਜ਼ ਕੀਤਾ ਸੀ ਇਨ ਅਦਰ ਵਰਡਸ, ਉਰੇ ਯੂਜ਼ ਕੀਤਾ ਟੂ ਐਕਸਪਲੀਕੇਟ ਇਟ। ਇਨ ਫੈਕਟ ਸੁਪਰਮਾਰਕੀਟਸ ਆਰ ਆਫਨ ਕੰਸੀਡਰਡ ਐਜ਼ ਅ ਸਿੰਬਲ ਆਫ ਰਾਇਲਟੀ। ਦੇਖੋ ਰਾਇਲਟੀ ਹੁੰਦੀ ਹੈ ਸ਼ਾਹੀ ਜ਼ਿੰਦਗੀ, ਜਿਹੜੇ ਲੋਕਾਂ ਦੀ ਜ਼ਿੰਦਗੀ ਹੁੰਦੀ ਹੈ ਸ਼ਾਹੀ, ਇਹ ਸਿੰਬਲ ਹੈ ਵੀ ਜਿਹੜੇ ਬੰਦੇ ਯਾਰ ਮਾਲ ਦੇ ਵਿੱਚ ਜਾਂਦੇ ਨੇ ਉਹ ਬੜੇ ਅਮੀਰ ਘਰੋਂ ਹੁੰਦੇ ਨੇਗੇ। ਸੋ ਦੈਟ people usually go to such places just to represent themselves in front of other। ਤਾਂ ਲੋਕ ਆਪਣਾ ਸਟੇਟਸ ਦਿਖਾਉਣ ਦੇ ਲਈ ਸ਼ੋਅ ਆਫ ਕਰਦੇ ਨੇ। ਮੈਂ ਤਾਂ ਜਿੰਨੇ ਵਾਰ ਵੀ ਮਾਲ 'ਚ ਗਿਆ, ਵੱਧ ਤੋਂ ਵੱਧ ਮੈਂ ਜ਼ੋਰ ਮਾਰ ਕੇ ਮਹਿੰਗੀ ਤੋਂ ਮਹਿੰਗੀ ਜਿਹੜੀ ਚੀਜ਼ ਲਈ ਹੈ ਨਾ, ਉਹ ਮੱਛੀਆਂ ਨਹੀਂ ਹੁੰਦੀਆਂ, ਜਿਹੜੀਆਂ ਮੱਛੀਆਂ ਛੋਟੀਆਂ ਛੋਟੀਆਂ ਜਿਹੀਆਂ, ਉਹ ਪੈਰ ਜੇ ਪਾ ਕੇ ਉੱਪਰ ਲੜਦੀਆਂ ਜਿਹੀਆਂ ਰਹਿੰਦੀਆਂ ਹੁੰਦੀਆਂ ਨੇਗੀਆਂ। ਕਰਾਇਆ ਕਦੇ ਕਿਸੇ ਨੇ ਆਹ ਚੀਜ਼, ਮਤਲਬ ਹੁੰਦੇ ਨਾ ਉਹ ਜਿਹੜੇ ਵੀ। ਮੈਂ ਇੱਕ ਦਿਨ ਬੈਠਾ, ਪਤਾ ਨਹੀਂ ਮੈਂ ਪੈਰ ਜੇ ਪਾਏ, ਇੱਕ ਵੀ ਮੱਛੀ ਮੇਰੀ ਨੇੜੇ ਨਹੀਂ ਲੱਗੀ, ਪਤਾ ਨਹੀਂ ਕੀ ਹੋ ਗਿਆ। ਅੱਧੇ ਤਾਂ ਬੇਹੋਸ਼ ਹੋ ਕੇ ਡਿੱਗੀਆਂ ਵੀ, ਪਤਾ ਨਹੀਂ ਕਿਹਦੇ ਪੈਰ ਆ ਗਏ। ਆਈ ਡੋਂਟ ਨੋ, ਇੰਨਾ ਬੁਰਾ ਨਹੀਂ ਹੈਗਾ ਮੈਂ। ਜਾ ਕੇ ਤੇ ਉਹਨਾਂ ਨੂੰ ਥੋੜਾ ਫੀਲ ਆ ਵੀ ਸਰ ਆਏ ਨੇ, ਥੋੜਾ ਸਾਈਡ 'ਤੇ ਹੋ ਕੇ ਬੈਠੋ, ਹੋ ਜਾਂਦਾ ਫੀਲ ਹੁੰਦਾ ਨਾ ਥੋੜਾ। ਅੱਛਾ ਚਲੋ, ਹੁਣ ਆਪਾਂ ਕੀ ਦਿੰਦੇ, ਇੱਕ ਐਗਜ਼ਾਮਪਲ ਹੈ ਜਿਹੜੀ ਉਹ ਮੈਂਸ਼ਨ ਕਰਦੇ ਹਾਂ। ਆਪਾਂ ਐਗਜ਼ਾਮਪਲ ਦੇ ਲਈ ਕੀ ਲਿਖਿਆ ਵਿੱਚ, ਫॉर ਇੰਸਟੈਂਸ a survey was conducted। देखो पहले च एक आ पोल was conducted ਸੀਗਾ, ਇਹ ਚ ਆਪਾਂ ਸਰਵੇ was conducted ਕਰਤਾ by Canadian government। ਕੈਨੇਡੀਅਨ ਗਵਰਨਮੈਂਟ ਨੇ ਇੱਕ ਸਰਵੇ ਕਰਿਆ in 2016 ਦੇ ਵਿੱਚ। found that ਉਹਨਾਂ ਨੇ ਕੀ ਫਾਊਂਡ ਕਰਿਆ, around 20% of middle class, 20% ਜਿਹੜੇ ਮਿਡਲ ਕਲਾਸ ਲੋਕ ਨੇਗੇ went to supermarket due to low level of income which restricted them to do shopping in expensive malls। ਮਤਲਬ ਜਿਹੜੇ ਬੰਦੇ ਨਾ ਆਪਦੀ, ਮਤਲਬ ਜਿਨ੍ਹਾਂ ਦੀ ਕਮਾਈ ਵੀ ਇੰਨੀ ਹੈ ਨਹੀਂ ਸੀਗੀ, ਉਹ ਵੀ ਧੱਕੇ ਨਾਲ ਆਪਦਾ ਸ਼ੋਅ ਆਫ ਲੋਕਾਂ 'ਚ ਦਿਖਾਉਣ ਦੇ ਮਾਰੇ ਨਾ, ਫਿਰ ਵੀ ਆਪਣੀ ਕਮਾਈ 'ਚੋਂ ਇੰਨੇ ਪੈਸੇ ਉੱਥੇ ਖਰਚੇ ਮਾਲ ਦੇ ਵਿੱਚ। ਰਿਜ਼ਲਟ ਕੀ ਨਿਕਲੂਗਾ, ਇਹਦਾ ਰਿਜ਼ਲਟ ਦੇ ਲਈ ਕਨੈਕਟਰ ਯੂਜ਼ ਕੀਤਾ। ਉੱਥੇ ਆਪਣੇ ਹੈਂਸ ਯੂਜ਼ ਕਰਿਆ ਸੀ, ਮੈਨੇ ਉਰੇ ਯੂਜ਼ ਕੀਤਾ ਦਿਸ ਐਵੀਡੈਂਸ ਪ੍ਰੂਵਸ ਦੈਟ। ਕੀ ਪ੍ਰੂਵ ਕਰ, ਉਰੇ ਦੈਟ ਆ ਗਿਆ ਤਾਂ ਕਾਮਨ ਨਹੀਂ ਹੈਗਾ। ਸੁਪਰਮਾਰਕੀਟਸ ਆਰ ਸਿੰਬਲਾਈਜ਼ਡ ਐਜ਼ ਰਾਇਲਟੀ ਇਨ ਦਾ ਟੂਡੇਜ਼ ਵਰਲਡ। ਮਤਲਬ ਜਿਹੜੀ ਸੁਪਰਮਾਰਕੀਟ ਹੈ ਉਹ ਅੱਜ ਦੇ ਵਰਲਡ ਦੇ ਵਿੱਚ ਇੱਕ ਰਾਇਲਟੀ ਮੰਨੀ ਜਾਂਦੀ ਹੈ, ਵੀ ਜਿਹੜੇ ਜਿਹੜੇ ਬੰਦੇ ਜਾਂਦੇ ਨੇ ਸੁਪਰਮਾਰਕੀਟ 'ਚ ਉਹ ਅਮੀਰ ਬੰਦੇ ਨੇਗੇ, ਤੇ ਹਰੇਕ ਨੂੰ ਨਾ ਆਪਦੇ ਆਪ ਨੂੰ ਅਮੀਰ ਕਹਾ ਕੇ ਮਾੜੀ ਜਿਹੀ ਖੁਸ਼ੀ ਜੀ ਮਿਲਦੀ ਹੈ। ਮੰਨਦੇ ਨੇ ਗੱਲ। ਚਲੋ ਆਪਾਂ ਹੁਣ ਇਹਦਾ ਕੀ ਕੱਢਾਂਗੇ, ਕਨਕਲੂਜਨ। ਤੇ ਕੋਈ ਵੀ ਨਵੀਂ ਚੀਜ਼ ਮੈਂ ਐਡ ਨਹੀਂ ਕਰਨੀ ਹੈਗੀ। ਕਨਕਲੂਜਨ ਦੇ ਲਈ ਮੈਂ ਯੂਜ਼ ਕੀਤਾ ਇਨ ਕਨਕਲੂਜਨ ਬਾਇੰਗ ਫਰੋਮ ਸ਼ਾਪਿੰਗ ਮਾਲਸ ਨਾਟ ਓਨਲੀ ਪ੍ਰੋਵਾਈਡਸ ਅ ਡਿਲਾਈਟਫੁਲ ਐਕਸਪੀਰੀਅੰਸ। ਮਤਲਬ ਬੜਿਆਂ ਨੂੰ ਲੱਗਦਾ ਵੀ ਸਰ ਨੈਗੇਟਿਵ ਕਿਵੇਂ ਕਹਿਤਾ, ਪਰ ਇਹ ਨਾਟ ਓਨਲੀ ਬਟ ਆਲਸੋ ਵਾਲੀ ਚੀਜ਼ ਹੈ। ਮੈਂ ਉਹ ਕਨੈਕਟਰ ਯੂਜ਼ ਕੀਤਾ। ਇਨ ਕਨਕਲੂਜਨ ਲਿਖ ਕੇ ਕੌਮਾ ਲਿਖਿਆ, ਬਾਇੰਗ ਫਰੋਮ ਸ਼ਾਪਿੰਗ ਮਾਲਸ, ਜਦੋਂ ਜਿਹੜੇ ਬੰਦੇ ਸ਼ਾਪਿੰਗ ਮਾਲ ਦੇ ਵਿੱਚੋਂ ਕੋਈ ਚੀਜ਼ਾਂ ਖਰੀਦਦੇ ਨੇ, ਨੋਟ ਓਨਲੀ ਕੱਲਾ ਪ੍ਰੋਵਾਈਡ ਨਹੀਂ ਕਰਦਾ ਡਿਲਾਈਟਫੁਲ ਐਕਸਪੀਰੀਅੰਸ। ਇਹ ਨਹੀਂ ਹੈਗਾ ਵੀ ਕੱਲਾ ਬੰਦੇ ਨੂੰ ਡਿਲਾਈਟਫੁਲ ਐਕਸਪੀਰੀਅੰਸ ਮਿਲੂਗਾ, ਹੋਰ ਕੀ ਮਿਲੂਗਾ, ਬਟ ਆਲਸੋ ਆ ਸੋਰਸ ਆਫ ਸ਼ੋਇੰਗ देयर स्टेटस इन फ्रंट ऑफ सोसाइटी एज वेल।
देखो अपने BP1 ਦੇ ਵਿੱਚ ਕੀ ਗੱਲ ਕਰੀ ਸੀ ਮੇਰੇ ਬੱਚੇ, ਆ ਦੇਖੋ ਬੋਡੀ 1 ਦੇ ਵਿੱਚ ਆਪਣੇ ਕਿ ਡਿਲਾਈਟਫੁਲ ਐਕਸਪੀਰੀਅੰਸ ਹੈ ਵੀ ਇੱਕੋ ਛੱਤ ਥੱਲੋਂ ਸਾਰਾ ਕੁਝ ਮਿਲ ਜੂਗਾ, ਤੇ BP2 ਚ ਆਪਣੇ ਦੱਸਿਆ ਵੀ ਜਿਹੜਾ ਸਟੇਟਸ ਹੈਗਾ ਆਪਾਂ ਨੂੰ ਉਹ ਮਿਲ ਜੂਗਾ। ਜੇ ਮੈਂ ਪੂਰੇ ਐਸੇ ਨੂੰ ਤੁਹਾਨੂੰ ਇੱਕ ਵਾਰ ਚੰਗੀ ਤਰੀਕੇ ਨਾਲ ਸ਼ੋਅ ਕਰਦਾ ਤਾਂ ਤੁਸੀਂ ਸਾਰੇ ਬਹੁਤ ਚੰਗੇ ਤਰੀਕੇ ਨਾਲ ਦੇਖ ਸਕਦੇ ਹੋ ਮੇਰੇ ਬੱਚੇ। ਆਪਾਂ ਐਸੇ ਨੂੰ ਇਸ ਤਰੀਕੇ ਨਾਲ ਲਿਖਿਆ ਹੋਇਆ ਲਾਈਕ ਇਹ ਪੈਰਾ ਸੀ ਜਿਹੜਾ ਉਹ ਇੰਟਰੋਡਕਸ਼ਨ ਦਾ ਸੀ, ਜਿਹ ਚ ਰੀਫਰੇਜ਼ ਪਲੱਸ ਥੀਸਿਸ ਹੈ। ਥੀਸਿਸ ਚ ਚਾਹੇ ਤੁਸੀਂ ਪੋਜ਼ਿਟਿਵ ਜਾਂਦੇ ਤੁਸੀਂ ਨੈਗੇਟਿਵ ਜਾਂਦੇ, ਤੁਹਾਡੀ ਆਪਣੀ ਮਰਜ਼ੀ ਸੀ। ਬੋਡੀ 1 4 ਗੱਲਾਂ, ਬੋਡੀ 2 4 ਗੱਲਾਂ। ਇਹ ਜਿਹੜੀਆਂ 4 ਗੱਲਾਂ ਕਰੀਆਂ ਨੇ, ਮੇਨ ਪੁਆਇੰਟ explain, example ਤੇ ਇਹਦਾ ਰਿਜ਼ਲਟ। ਸੇਮ 4 ਗੱਲਾਂ ਬੱਚੇ ਮੈਨੇ ਇੱਥੇ ਲਿਖੀਆਂ, ਪਰ ਜਿਹੜੇ ਇਹ ਚਾਰਾਂ ਦੇ ਕਨੈਕਟਰ ਸੀ, ਦੇਖੋ ਪਹਿਲੇ ਮੇਨ ਪੁਆਇੰਟ ਦਾ ਕਨੈਕਟਰ ਕੀ ਸੀਗਾ, ਟੂ ਕਮੈਂਟਸ ਵਿਦ, ਆਪਾਂ ਨੇ ਲਿਖਿਆ। ਐਕਸਪਲੇਨ ਕਰਨ ਦਾ ਜਿਹੜਾ ਕਨੈਕਟਰ ਸੀਗਾ ਉਹ ਸੀਗਾ ਇਨ ਅਦਰ ਵਰਡਸ, ਆਪਾਂ ਨੇ ਲਿਖਿਆ। ਐਗਜ਼ਾਮਪਲ ਦਾ ਜਿਹੜਾ ਕਨੈਕਟਰ ਸੀ ਫॉर ਐਗਜ਼ਾਮਪਲ, ਆਪਾਂ ਨੇ ਲਿਖਿਆ। ਰਿਜ਼ਲਟ ਦਾ ਸੀਗਾ ਹੈਂਸ। 4 ਗੱਲਾਂ ਹੋ ਗਈਆਂ। ਬੋਡੀ 2 ਦੇ ਵਿੱਚ ਦੇਖੋ ਕਿ ਕਨੈਕਟਰ ਕੋਈ ਵੀ ਮੈਚ ਨਹੀਂ ਕਰਦਾ, ਫਰਦਰਮੋਰ ਲਿਖਿਆ BP2 ਦੇ ਲਈ। ਐਕਸਪਲੇਨ ਕਰਨ ਦੇ ਲਈ ਟੂ ਐਕਸਪਲੀਕੇਟ, ਉਰੇ ਇਨ ਅਦਰ ਵਰਡ ਸੀਗਾ। ਫॉर ਇੰਸਟੈਂਸ ਉੱਪਰ ਫॉर ਐਗਜ਼ਾਮਪਲ ਸੀ, ਉਰੇ ਫॉर ਇੰਸਟੈਂਸ ਹੋ ਗਿਆ। ਰਿਜ਼ਲਟ ਦੇ ਲਈ ਉਰੇ ਹੈਂਸ ਹੈ, ਮੈਂ ਲਿਖਿਆ ਦਿਸ ਐਵੀਡੈਂਸ ਪ੍ਰੂਵਸ ਦੈਟ। ਕਨਕਲੂਜਨ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਪਾਈ, ਮੈਨੇ ਕਿਹਾ ਵੀ ਨੋਟ ਓਨਲੀ ਬਟ ਆਲਸੋ, ਮਤਲਬ ਕੱਲਾ ਨੋਟ ਓਨਲੀ ਕੱਲਾ ਐਕਸਪੀਰੀਅੰਸ ਵਧੀਆ ਨਹੀਂ ਦਿੰਦਾ, ਬਟ ਆਲਸੋ ਇਹ ਤੁਹਾਡੇ ਸਟੈਂਡਰਡ ਨੂੰ ਵੀ ਬਹੁਤ ਉੱਪਰ ਲੈ ਕੇ ਜਾਂਦਾ ਹੈ। ਇਸ ਤਰੀਕੇ ਨਾਲ ਪੇਪਰ ਦੇ ਵਿੱਚ ਰਾਈਟਿੰਗ ਟਾਸਕ ਲਿਖਿਆ ਹੋ। ਟਾਸਕ 2 ਦੇ 6 ਬੈਂਡ ਹੁੰਦੇ ਨੇ, ਇੱਕ ਵੀ ਬੱਚੇ ਨੂੰ 6 ਚੋਂ ਇਹ ਨਹੀਂ ਹੈਗਾ ਕੋਈ ਬੰਦਾ 6 ਨਾ ਦੇਵੇ। ਕਹਿਣ ਦਾ ਮਤਲਬ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖੀਆਂ, ਸਟਰਕਚਰ ਦੇਖਿਆ, ਸਟੈਪ ਬਾਈ ਸਟੈਪ ਕਿਵੇਂ ਲਿਖਣੇ ਨੇ, ਕਨੈਕਟਰ ਦੇਖੇ, ਗ੍ਰਾਮਰ ਦੇਖੀ, ਸੈਂਟੈਂਸ ਸਟਰਕਚਰ ਦੇਖਿਆ, ਟੌਪਿਕ ਦੇ ਰਿਲੇਟਡ ਗੱਲ ਕਰੀ। ਹੋਰ ਐਗਜ਼ਾਮੀਨਰ ਨੂੰ ਕੁਝ ਵੀ ਨਹੀਂ ਚਾਹੀਦਾ। ਦਿਸ ਇਜ਼ ਦ ਬੈਸਟ ਵੇ ਯੂ ਪੀਪਲ ਕੈਨ ਗੈਟ ਅ ਗੁੱਡ ਬੈਂਡ ਸਕੋਰ। ਥੈਂਕ ਯੂ ਵੈਰੀ ਮਚ। ਦਿਸ ਇਜ਼ ਕਾਲਡ ਮਾਈ ਰਾਈਟਿੰਗ ਟਾਸਕ 2।